ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਗਰੋਇੰਗ ਕਮਿਊਨਿਟੀ ਫੰਡ ਰਾਹੀਂ BC ਦੇ ਲਈ $1 ਬਿਲੀਅਨ ਜਾਰੀ। ਇਨਫਰਾਸਟ੍ਰਕਚਰ ਤੇ ਹਾਊਸਿੰਗ ਸਪਲਾਈ ਵੱਲ ਦਿੱਤਾ ਜਾਏਗਾ ਖਾਸ ਧਿਆਨ। रोजगार घट होने के बावजूद भी नौकरियां वधन का सिलसिला जारी। 1,53,000 नौकरियां दे विच होया सी वाधा। कैनेडा भूचाल जोन के लोगों के लिए इमीग्रेशन अर्जियां नूं कर सकता है तेज। तुर्की ते सीरिया दे विच भूचाल पीड़ितां दी कैनेडा कर रहा है मदद। खबरां विस्तार दे नाल। BC ਦੇ ਵਿੱਚ $1 ਬਿਲੀਅਨ ਦੀਆਂ ਨਵੀਆਂ ਗ੍ਰਾਂਟਾਂ ਸਥਾਨਕ ਸਰਕਾਰਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਆਬਾਦੀ ਦੇ ਵਿੱਚ ਅਸਾਧਾਰਨ ਵਾਧੇ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਬੁਨਿਆਦੀ ਢਾਂਚੇ ਤੇ ਸੁਵਿਧਾਵਾਂ ਦਾ ਨਿਰਮਾਣ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ। ਇਨਫਰਾਸਟ੍ਰਕਚਰ ਤੇ ਹਾਊਸਿੰਗ ਸਪਲਾਈ ਦੇ ਵੱਲ ਖਾਸ ਧਿਆਨ ਦਿੱਤਾ ਜਾਏਗਾ। BC ਵਿੱਚ $1 ਬਿਲੀਅਨ ਦੀਆਂ ਨਵੀਆਂ ਗ੍ਰਾਂਟਾਂ ਸਥਾਨਕ ਸਰਕਾਰਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਆਬਾਦੀ ਦੇ ਵਿੱਚ ਅਸਾਧਾਰਨ ਵਾਧੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਮਿਊਨਿਟੀ ਲਈ ਬੁਨਿਆਦੀ ਢਾਂਚੇ ਤੇ ਸੁਵਿਧਾਵਾਂ ਦਾ ਨਿਰਮਾਣ ਕਰਨ 'ਚ ਮਦਦ ਕੀਤੀ ਜਾ ਸਕੇ। ਇਸ ਸੰਬੰਧੀ ਜਾਣਕਾਰੀ ਦਿੱਤੀ ਪ੍ਰੀਮੀਅਰ ਡੇਵਿਡ ਈਬੀ ਨੇ। ਉਹਨਾਂ ਕਿਹਾ ਕਿ BC ਦੀ ਮਜ਼ਬੂਤ ਆਰਥਿਕਤਾ ਤੇ ਕੁਦਰਤੀ ਸੁੰਦਰਤਾ ਕੈਨੇਡਾ ਤੇ ਵਿਸ਼ਵ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖ ਰਹੀ ਹੈ। ਸ਼ਹਿਰਾਂ ਤੇ ਕਸਬਿਆਂ ਨੂੰ ਪ੍ਰਫੁੱਲਿਤ ਹੋ ਰਹੀਆਂ ਰਹਿਣਯੋਗ ਕਮਿਊਨਿਟੀਆਂ ਦਾ ਨਿਰਮਾਣ ਕਰਨ ਦੇ ਲਈ ਸਹਾਇਤਾ ਦੀ ਲੋੜ ਹੈ। ਸਥਾਨਕ ਮਿਊਨਿਸਪੈਲਿਟੀਆਂ ਨੂੰ ਸੜਕਾਂ ਦੇ ਵਿੱਚ ਸੁਧਾਰ ਕਰਨ, ਹੋਰ ਐਰੀਨਾ ਬਣਾਉਣ ਤੇ ਪਾਣੀ ਦੀਆਂ ਸੁਵਿਧਾਵਾਂ ਦਾ ਨਿਰਮਾਣ ਕਰਨ ਤੇ ਪਰਿਵਾਰਾਂ ਲਈ ਮਨੋਰੰਜਨ ਦੇ ਵਿਕਲਪਾਂ ਵਿੱਚ ਸੁਧਾਰ ਕਰਨ 'ਚ ਮਦਦ ਕਰੇਗਾ। ਇਹ ਗਰੋਇੰਗ ਕਮਿਊਨਿਟੀਜ਼ ਫੰਡ BC ਦੀਆਂ ਸਾਰੀਆਂ 188 ਮਿਊਨਿਸਪੈਲਿਟੀਆਂ ਤੇ ਖੇਤਰੀ ਜ਼ਿਲ੍ਹਿਆਂ ਦੇ ਲੋਕਾਂ ਨੂੰ ਇੱਕ ਵਾਰ ਕੁੱਲ $1 ਬਿਲੀਅਨ ਦੀਆਂ ਗ੍ਰਾਂਟਾਂ ਦੇਵੇਗਾ, ਜਿਨ੍ਹਾਂ ਦੀ ਵਰਤੋਂ ਉਹ ਆਪਣੀ ਕਮਿਊਨਿਟੀ ਦੇ ਵਿਲੱਖਣ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਕਰ ਸਕਦੇ ਨੇ, ਜਿਵੇਂ ਕਿ ਰੀਕ੍ਰੀਏਸ਼ਨ ਫੈਸਿਲਿਟੀਆਂ, ਪਾਰਕਾਂ ਤੇ ਵਾਟਰ ਟਰੀਟਮੈਂਟ ਪਲਾਂਟਾਂ ਅਤੇ ਇਸ ਤੋਂ ਇਲਾਵਾ ਕਮਿਊਨਿਟੀ ਦੇ ਹੋਰ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਲਈ। ਇਹ ਕਮਿਊਨਿਟੀਆਂ ਨੂੰ ਭਵਿੱਖ ਦੇ ਵਾਧੇ ਲਈ ਤਿਆਰੀ ਕਰਨ ਅਤੇ ਨਵੇਂ ਘਰਾਂ ਦੀ ਉਸਾਰੀ ਵਿੱਚ ਸਹਾਇਤਾ ਕਰਨ ਲਈ ਲੋੜੀਂਦੀਆਂ ਸੁਵਿਧਾਵਾਂ ਦਾ ਨਿਰਮਾਣ ਕਰਨ 'ਚ ਮਦਦ ਕਰੇਗਾ, ਖਾਸ ਕਰਕੇ ਹਾਊਸਿੰਗ ਸਪਲਾਈ ਐਕਟ ਦੇ ਨਾਲ, ਜਿੱਥੇ ਟੀਚੇ ਤੈਅ ਕੀਤੇ ਜਾਂਦੇ ਨੇ। BC ਦੇ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀਆਂ ਜਵਾਬੀ ਪ੍ਰਤੀਕਿਰਿਆਵਾਂ ਦੀ ਲੋੜ ਹੈ, ਜਿਸ ਵਿੱਚ ਉਪਲਬਧ ਰਿਹਾਇਸ਼ਾਂ ਦੀ ਸਪਲਾਈ ਵਿੱਚ ਵਾਧਾ ਕਰਨਾ ਵੀ ਸ਼ਾਮਿਲ ਹੈ, ਜਿਸ ਲਈ BC ਵਿੱਚ ਬਹੁਤ ਸਾਰੇ ਭਾਈਚਾਰਿਆਂ ਵਿੱਚ ਕਮਿਊਨਿਟੀ ਲਈ ਬੁਨਿਆਦੀ ਢਾਂਚੇ ਤੇ ਸੁਵਿਧਾਵਾਂ ਵਿੱਚ ਨਿਵੇਸ਼ ਕਰਨ ਦੀ ਲੋੜ ਹੈ। ਇਸ ਸੰਬੰਧੀ ਜਾਣਕਾਰੀ ਦਿੱਤੀ ਮਿਊਨਿਸਪਲ ਮਾਮਲਿਆਂ ਦੇ ਮੰਤਰੀ ਐਨ ਕੈਂਗ ਨੇ। ਉਹਨਾਂ ਦੱਸਿਆ ਕਿ ਹਰੇਕ ਭਾਈਚਾਰੇ ਵਿੱਚ ਰਿਹਾਇਸ਼ੀ ਸੰਕਟ ਦੇ ਵਿਲੱਖਣ ਪਹਿਲੂਆਂ ਨੂੰ ਹੱਲ ਕਰਨ ਲਈ ਇੱਕ ਅੰਤਰ ਸਰਕਾਰੀ ਸਹਿਯੋਗ ਨੂੰ ਦਰਸਾਇਆ ਜਾ ਰਿਹਾ ਹੈ ਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਹ ਭਵਿੱਖ ਵਿੱਚ ਪ੍ਰਫੁੱਲਿਤ ਹੋ ਸਕਣ। ਇਹ ਗ੍ਰਾਂਟਾਂ ਮੌਜੂਦਾ ਬੁਨਿਆਦੀ ਢਾਂਚੇ ਦੀ ਫੰਡਿੰਗ ਵਿੱਚ ਵਾਧਾ ਕਰਨਗੀਆਂ ਤੇ ਮਾਰਚ 2023 ਦੇ ਅੰਤ ਤੱਕ BC ਦੀਆਂ 188 ਮਿਊਨਿਸਪੈਲਿਟੀਆਂ ਤੇ ਖੇਤਰੀ ਜ਼ਿਲ੍ਹਿਆਂ ਵਿੱਚ ਵੰਡੀਆਂ ਜਾਣਗੀਆਂ। ਗਰੋਇੰਗ ਕਮਿਊਨਿਟੀਜ਼ ਫੰਡ ਦੂਜੀ ਤਿਮਾਹੀ ਦੀ ਵਿੱਤੀ ਰਿਪੋਰਟ ਵਿੱਚ ਦਰਸਾਈ ਗਈ ਬਚਤ ਤੋਂ ਆਵੇਗਾ। ਸੂਬਾ ਇਸ ਸਾਲ ਦੀ ਬਚਤ ਨੂੰ ਲੋਕਾਂ ਵਾਸਤੇ ਕੰਮ ਕਰਨ ਲਈ, ਉਹਨਾਂ ਦੀ ਹੁਣ ਅਤੇ ਲੰਬੀ ਮਿਆਦ ਵਾਸਤੇ ਸਹਾਇਤਾ ਕਰਨ ਲਈ ਲਗਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਇਸ ਸੰਬੰਧੀ ਖਾਸ ਧਿਆਨ ਦਿੱਤਾ ਜਾਏਗਾ। ਇਹ ਨਿਵੇਸ਼ ਇਹ ਯਕੀਨੀ ਬਣਾਏਗਾ ਕਿ ਸਰੀ ਵਿੱਚ ਜੀਵਨ ਦਾ ਇੱਕ ਵਧੀਆ ਪੱਧਰ ਨਾ ਸਿਰਫ ਬਰਕਰਾਰ ਰੱਖਿਆ ਜਾਵੇ, ਬਲਕਿ ਇਸ ਦੇ ਵਿੱਚ ਸੁਧਾਰ ਵੀ ਕੀਤਾ ਜਾਏ। ਮਨੋਰੰਜਨ ਦੀਆਂ ਸੁਵਿਧਾਵਾਂ ਤੋਂ ਲੈ ਕੇ ਪਾਰਕ ਤੱਕ ਅਤੇ ਸੜਕਾਂ ਤੱਕ ਇਸ ਨਿਵੇਸ਼ ਨਾਲ ਸਰੀ ਦੇ ਵਸਨੀਕਾਂ ਨੂੰ ਹੁਣ ਅਤੇ ਭਵਿੱਖ ਵਿੱਚ ਵੀ ਲਾਭ ਹੋਵੇਗਾ। ਸੂਬੇ ਨੇ ਸਥਾਨਕ ਸਰਕਾਰਾਂ ਤੋਂ ਉਹਨਾਂ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਬੁਨਿਆਦੀ ਢਾਂਚੇ ਤੇ ਸੁਵਿਧਾਵਾਂ ਦੀ ਲੋੜ ਬਾਰੇ ਦੱਸਿਆ ਤੇ ਨਾਲ ਹੀ ਉਦਾਹਰਨ ਲਈ ਇਨਵੈਸਟਿੰਗ ਇਨ ਕੈਨੇਡਾ ਇਨਫਰਾਸਟ੍ਰਕਚਰ ਪ੍ਰੋਗਰਾਮ, ਕਮਿਊਨਿਟੀ ਕਲਚਰ ਐਂਡ ਰੀਕ੍ਰੀਏਸ਼ਨ ਸਟਰੀਮ ਰਾਹੀਂ ਫੰਡ ਸਹਾਇਤਾ ਵਾਸਤੇ ਉਪਲਬਧਤਾ ਨਾਲੋਂ 6 ਗੁਣਾ ਵਧੇਰੇ ਅਰਜ਼ੀਆਂ ਦਿੱਤੀਆਂ ਗਈਆਂ ਨੇ। ਇਹ ਇੱਕ ਵਾਰ ਦਾ ਫੰਡ ਯੂਨੀਅਨ ਆਫ ਬ੍ਰਿਟਿਸ਼ ਕੋਲੰਬੀਆ ਮਿਊਨਿਸਪੈਲਿਟੀਆਂ ਦੀਆਂ ਤਰਜੀਹਾਂ ਨੂੰ ਸਹਿਯੋਗ ਦਿੰਦਾ ਹੈ। ਅੱਜ ਦੇ ਐਲਾਨ ਸਾਡੇ ਸੂਬੇ ਦੇ ਇਤਿਹਾਸ ਵਿਚਲੇ ਭਾਈਚਾਰਿਆਂ ਵਿੱਚ ਸਭ ਤੋਂ ਵੱਡਾ ਇਕਹਰੀ ਸੂਬਾਈ ਨਿਵੇਸ਼ ਪ੍ਰਦਾਨ ਕਰਦਾ ਹੈ। ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਇਹ ਬੇਮਿਸਾਲ ਟਰਾਂਸਫਰ ਸੁਵਿਧਾਵਾਂ ਤੇ ਵਿਸਤਾਰ ਰਾਹੀਂ ਤੇ ਪੁਰਾਣੇ ਹੋ ਰਹੇ ਬੁਨਿਆਦੀ ਢਾਂਚੇ ਨੂੰ ਬਦਲਣ ਰਾਹੀਂ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਵੀ ਪੂਰਾ ਕਰਨ 'ਚ ਮਦਦ ਕਰੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਇਹਨਾਂ ਫੰਡਾਂ ਦੇ ਸੰਬੰਧੀ ਬ੍ਰੈਂਡਾ ਲੋਕ ਨੇ ਵੀ ਖੁਸ਼ੀ ਪ੍ਰਗਟਾਈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋर्ट। ਅੱਗੇ ਦੱਸ ਦਈਏ ਕਿ ਬੇਸ਼ੱਕ ਅਰਥ ਸ਼ਾਸਤਰੀਆਂ ਨੇ ਗੱਲ ਕਹੀ ਸੀ ਕਿ ਫਿਲਹਾਲ ਜਿਹੜੀ ਰੋਜ਼ਗਾਰ ਮਾਰਕੀਟ ਹੈ ਉਹ ਢਿੱਲੀ ਰਹੇਗੀ, ਕਿਉਂਕਿ ਵਿਆਜ ਦਰਾਂ ਦੇ ਵਿੱਚ ਵੀ ਵਾਧਾ ਹੋਇਆ ਹੈ ਤੇ ਮਹਿੰਗਾਈ ਦੇ ਕਰਕੇ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਣਾ ਵੀ ਲੇਬਰ ਮਾਰਕੀਟ ਤੇ ਅਸਰ ਪਾ ਸਕਦਾ ਹੈ। ਪਰ ਇਸ ਦੇ ਬਾਵਜੂਦ ਲੇਬਰ ਮਾਰਕੀਟ ਦੇ ਵਿੱਚ ਜਿਹੜਾ ਵਾਧਾ ਦੇਖਿਆ ਜਾ ਰਿਹਾ ਹੈ। 1,53,000 ਦੇ ਕਰੀਬ ਜਿਹੜੀਆਂ ਨੌਕਰੀਆਂ ਆਉਣ ਦੀ ਗੱਲ ਕਹੀ ਗਈ ਹੈ, ਜਿਹਦੇ ਕਰਕੇ ਲੇਬਰ ਮਾਰਕੀਟ ਜਿਹੜੀ ਹੈ ਉਹ ਫਿਰ ਤੋਂ ਆਪਣੀ
ਲੀਹ ਤੇ ਪਰਤ ਰਹੀ ਹੈ। ਇਹਨਾਂ ਨੇ ਇਸ ਸੰਬੰਧੀ ਹੁਣ ਤੱਕ ਜਿੰਨੀ ਵੀ ਭਵਿੱਖਬਾਣੀ ਕੀਤੀ ਗਈ ਹੈ, ਲੱਗਦਾ ਕਿ ਉਹ ਭਵਿੱਖਬਾਣੀ ਬਿਲਕੁਲ ਉਲਟ ਜਾ ਰਹੀ ਹੈ ਤੇ ਉਸ ਦੇ ਬਾਵਜੂਦ ਨੌਕਰੀਆਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਕੈਨੇਡਾ ਵਿੱਚ ਰੋਜ਼ਗਾਰ ਦੇ ਵਾਧੇ ਨੇ ਜਨਵਰੀ ਦੇ ਵਿੱਚ ਅਰਥ ਸ਼ਾਸਤਰੀਆਂ ਦੀਆਂ ਪਿਛਲੀਆਂ ਭਵਿੱਖਬਾਣੀਆਂ ਨੂੰ ਉਡਾ ਦਿੱਤਾ ਹੈ। ਬੇਸ਼ੱਕ ਭਵਿੱਖਬਾਣੀ ਕਰਨ ਵਾਲਿਆਂ ਨੇ ਲੇਬਰ ਮਾਰਕੀਟ ਤੇ ਉੱਚ ਵਿਆਜ ਦਰਾਂ ਦੀ ਉਮੀਦ ਕੀਤੀ ਸੀ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਲੇਬਰ ਫੋਰਸ ਸਰਵੇਖਣ ਦੇ ਵਿੱਚ ਕਿਹਾ ਕਿ ਆਰਥਿਕਤਾ ਨੇ ਪਿਛਲੇ ਮਹੀਨੇ 1,53,000 ਨੌਕਰੀਆਂ ਜੋੜੀਆਂ ਨੇ। ਇਸ ਦੌਰਾਨ ਵਧੇਰੇ ਕੈਨੇਡੀਅਨ ਕੰਮ ਕਰ ਰਹੇ ਸਨ ਜਾਂ ਕੰਮ ਦੀ ਤਲਾਸ਼ ਕਰ ਰਹੇ ਸਨ ਕਿਉਂਕਿ 1,53,000 ਲੋਕ ਲੇਬਰ ਫੋਰਸ ਵਿੱਚ ਸ਼ਾਮਿਲ ਸਨ। ਦੇਸ਼ ਦੀ ਬੇਰੁਜ਼ਗਾਰੀ ਦਰ 5% ਤੇ ਸਥਿਰ ਰਹੀ, ਜੋ ਕਿ ਗਰਮੀਆਂ ਦੇ ਵਿੱਚ 4.9% ਦੇ ਰਿਕਾਰਡ ਹੇਠਲੇ ਪੱਧਰ ਤੋਂ ਉੱਪਰ ਹੈ। ਅਰਥ ਸ਼ਾਸਤਰੀਆਂ ਨੇ ਕਿਹਾ ਕਿ ਲਾਭ ਪ੍ਰਾਈਵੇਟ ਸੈਕਟਰ ਦੇ ਵਿੱਚ ਫੁੱਲ ਟਾਈਮ ਨੌਕਰੀਆਂ ਦੇ ਵਿੱਚ ਕੇਂਦਰਿਤ ਸਨ। ਹੋਰ ਲੋਕਾਂ ਦੇ ਨਾਲ ਵਧੇਰੇ ਘੰਟੇ ਕੰਮ ਕਰਦੇ ਨੇ, ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਰਿਪੋਰਟ ਬਣਾਉਂਦੇ ਨੇ। ਕੈਨੇਡੀਅਨ ਅਰਥ ਵਿਵਸਥਾ ਸਤੰਬਰ ਤੋਂ ਰੋਜ਼ਗਾਰ ਦੇ ਨਾਲ ਉੱਪਰ ਵੱਲ ਜਾ ਰਹੀ ਹੈ, ਜਿਸ ਨਾਲ ਕੁੱਲ 3,26,000 ਨੌਕਰੀਆਂ ਸ਼ਾਮਿਲ ਹੋਈਆਂ ਨੇ। ਜਨਵਰੀ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਅਰਥ ਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਲਾਭ ਹੋਇਆ। ਥੋਕ ਤੇ ਪ੍ਰਚੂਨ ਵਪਾਰ ਨੇ ਰੋਜ਼ਗਾਰ ਦੇ ਵਿੱਚ ਸਭ ਤੋਂ ਵੱਧ ਵਾਧਾ ਅਨੁਭਵ ਕੀਤਾ ਹੈ। 59,000 ਨੌਕਰੀਆਂ ਸ਼ਾਮਿਲ ਕੀਤੀਆਂ ਨੇ। ਇਸ ਤੋਂ ਬਾਅਦ ਸਿਹਤ ਦੇਖਭਾਲ ਤੇ ਸਮਾਜਿਕ ਸਹਾਇਤਾ ਵਿੱਚ 80,000 ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ। ਆਰਥਿਕਤਾ ਦੇ ਵਿੱਚ ਸ਼ਾਮਿਲ ਜ਼ਿਆਦਾਤਰ ਨੌਕਰੀਆਂ ਫੁੱਲ ਟਾਈਮ ਸਨ, ਜਦੋਂ ਕਿ 25 ਤੋਂ 54 ਸਾਲ ਦੀ ਉਮਰ ਦੇ ਲੋਕਾਂ ਨੇ ਲਾਭ ਲਿਆ। ਲੇਬਰ ਮਾਰਕੀਟ ਦੇ ਗਰਮ ਹੋਣ ਨਾਲ ਉਜਰਤਾਂ ਵੀ ਵਧ ਰਹੀਆਂ ਨੇ। ਹਾਲਾਂਕਿ ਮਹਿੰਗਾਈ ਨਾਲੋਂ ਹੌਲੀ ਰਫ਼ਤਾਰ ਨਾਲ ਜਨਵਰੀ ਵਿੱਚ ਦਿਹਾੜੀ 1 ਸਾਲ ਦਰ ਸਾਲ ਦੇ ਆਧਾਰ ਤੇ 4.5% ਵੱਧ ਗਈ ਸੀ। ਦਸੰਬਰ ਦੇ ਮੁਕਾਬਲੇ ਥੋੜੀ ਹੌਲੀ ਰਫ਼ਤਾਰ ਨਾਲ ਵਧੀ ਸੀ। ਬੈਂਕ ਆਫ ਕੈਨੇਡਾ ਨੇ ਕਿਹਾ ਕਿ ਤੰਗ ਲੇਬਰ ਮਾਰਕੀਟ ਇੱਕ ਓਵਰਹੀਟ ਆਰਥਿਕਤਾ ਦਾ ਸੰਕੇਤ ਹੈ। ਇਸ ਦੇ 25 ਜਨਵਰੀ ਦੇ ਫੈਸਲੇ ਤੇ ਕੇਂਦਰੀ ਬੈਂਕ ਨੇ ਸੰਕੇਤ ਦਿੱਤਾ ਕਿ ਉਹ ਆਪਣੀ ਮੁੱਖ ਦਰ ਨੂੰ ਰੱਖਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਉੱਚ ਵਿਆਜ ਦਰਾਂ ਨੂੰ ਆਰਥਿਕਤਾ ਦੁਆਰਾ ਆਪਣੇ ਤਰੀਕੇ ਨਾਲ ਕੰਮ ਕਰਨ ਲਈ ਸਮਾਂ ਮਿਲਦਾ ਹੈ। ਕੇਂਦਰੀ ਬੈਂਕ ਲੇਬਰ ਮਾਰਕੀਟ ਦੇ ਵਿੱਚ ਆਸਾਨੀ ਦੇਖਣ ਦੀ ਉਮੀਦ ਕਰ ਰਿਹਾ ਹੈ, ਕੁਝ ਅਜਿਹਾ ਕਹਿੰਦੇ ਹੋਏ ਕਿ ਮਹਿੰਗਾਈ ਦਰ ਨੂੰ 2% ਦੇ ਟੀਚੇ ਤੱਕ ਹੇਠਾਉਣ ਦੀ ਲੋੜ ਹੈ। ਚੀਜ਼ਾਂ ਦੇ ਖੇਤਰ ਦੇ ਵਿੱਚ ਰੋਜ਼ਗਾਰ ਵਿੱਚ ਉਸਾਰੀ ਦੀ ਅਗਵਾਈ ਵਿੱਚ 25,400 ਨੌਕਰੀਆਂ ਦਾ ਵਾਧਾ ਹੋਇਆ। ਸਰਵਿਸ ਖੇਤਰ ਦੀਆਂ ਨੌਕਰੀਆਂ ਦੇ ਵਿੱਚ ਕੁੱਲ 1,24,700 ਦਾ ਵਾਧਾ ਹੋਇਆ। ਜ਼ਿਆਦਾਤਰ ਥੋਕ ਤੇ ਪ੍ਰਚੂਨ ਵਪਾਰ ਤੇ ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ ਮੁੱਖ ਸੈਕਟਰਾਂ ਦੇ ਵਿੱਚ ਸਥਾਈ ਕਰਮਚਾਰੀਆਂ ਲਈ ਔਸਤ ਘੰਟਾਵਾਰ ਤਨਖਾਹ ਜਨਵਰੀ ਵਿੱਚ ਸਾਲ ਦਰ ਸਾਲ ਦੇ ਆਧਾਰ ਤੇ 4.5% ਦੀ ਵਾਧਾ ਹੋਇਆ। ਦਸੰਬਰ ਵਿੱਚ 4.7% ਤੋਂ ਇਹ ਵਾਧਾ ਘੱਟ ਹੈ। ਭੂਚਾਲ ਜ਼ੋਨ ਦੇ ਲਈ ਕੈਨੇਡਾ ਹੁਣ ਆਪਣੀ ਇਮੀਗ੍ਰੇਸ਼ਨ ਅਰਜ਼ੀਆਂ ਦੀ ਰਫ਼ਤਾਰ ਨੂੰ ਤੇਜ਼ ਕਰੇਗਾ। ਸੀਰੀਆ ਤੇ ਤੁਰਕੀ ਦੇ ਵਿੱਚ ਆਏ ਭੂਚਾਲ ਦੇ ਕਾਰਨ ਬਹੁਤ ਸਾਰੇ ਲੋਕ ਕੈਨੇਡਾ ਨੂੰ ਪਰਤਣਾ ਚਾਹੁੰਦੇ ਨੇ, ਆਪਣਿਆਂ ਦੇ ਕੋਲ ਜਾਣਾ ਚਾਹੁੰਦੇ ਨੇ, ਪਰ ਇਮੀਗ੍ਰੇਸ਼ਨ ਅਰਜ਼ੀਆਂ ਦੀ ਰਫ਼ਤਾਰ ਤੇਜ਼ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਅਤੇ ਇਸ ਉਮੀਦ ਦੇ ਵਿੱਚ ਨੇ ਕਿ ਕਦੋਂ ਕੈਨੇਡਾ ਇਮੀਗ੍ਰੇਸ਼ਨ ਉਹਨਾਂ ਦੀ ਬਾਂਹ ਫੜੇਗਾ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਹਫ਼ਤੇ ਸੰਕੇਤ ਦਿੱਤਾ ਕਿ ਕੈਨੇਡਾ, ਤੁਰਕੀ ਤੇ ਸੀਰੀਆ ਦੇ ਭੂਚਾਲ ਵਾਲੇ ਖੇਤਰਾਂ ਦੇ ਲੋਕਾਂ ਤੇ ਕੈਨੇਡਾ ਆਉਣ ਦੇ ਲਈ ਅਰਜ਼ੀਆਂ ਨੂੰ ਤੇਜ਼ੀ ਨਾਲ ਟਰੈਕ ਕਰ ਸਕਦਾ ਹੈ। ਫਰੇਜ਼ਰ ਨੇ ਕਿਹਾ ਹੈ ਕਿ ਉਸ ਦਾ ਵਿਭਾਗ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਪਹਿਲਾਂ ਤੋਂ ਹੀ ਸਥਾਈ ਨਿਵਾਸ ਐਪਲੀਕੈਂਟ ਤੇ ਪ੍ਰਭਾਵ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਉਹਨਾਂ ਦੀ ਮਦਦ ਕਿਵੇਂ ਕੀਤੀ ਜਾਏ। ਉਹਨਾਂ ਕਿਹਾ ਕਿ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿਸਟਮ ਦੇ ਵਿੱਚ ਮੌਜੂਦ ਗਾਹਕਾਂ ਤੇ ਕੀ ਪ੍ਰਭਾਵ ਪੈਂਦਾ ਹੈ। BC ਤੇ ਖੋਜ ਦੇ ਬਚਾਅ ਮਾਹਰਾਂ ਦੀ ਇੱਕ ਟੀਮ ਜਿਸ ਨੇ ਇੰਡੀਪੈਂਡੈਂਟ ਤੌਰ ਦੇ ਉੱਤੇ ਮਦਦ ਦੀ ਪੇਸ਼ਕਸ਼ ਕੀਤੀ ਸੀ, ਵੀਰਵਾਰ ਦੇ ਸਥਾਨਕ ਸਮੇਂ ਦੇ ਸ਼ੁਰੂਆਤੀ ਘੰਟਿਆਂ ਦੇ ਵਿੱਚ ਗਰਾਊਂਡ ਤੇ ਕੰਮ ਸ਼ੁਰੂ ਕਰ ਰਹੀ ਹੈ। ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ $10 ਮਿਲੀਅਨ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹੁਣ ਤੱਕ ਦੱਸੀਆਂ ਗਈਆਂ ਮਤਾਂ ਨੇ ਜਾਪਾਨ ਦੇ ਵਿੱਚ 2011 ਦੇ ਵਿੱਚ ਆਏ ਭੂਚਾਲ ਤੋਂ ਵੀ ਵੱਧ ਗਈਆਂ ਨੇ, ਜਿਸ ਦੇ ਵਿੱਚ ਸੁਨਾਮੀ ਆਈ ਸੀ ਤੇ 18,400 ਤੋਂ ਵੱਧ ਮੌਤਾਂ ਹੋਈਆਂ ਸਨ। ਕੈਨੇਡਾ ਦੀ ਤੁਰਕੀ ਐਸੋਸੀਏਸ਼ਨ ਓਟਵਾ ਸਥਿਤ ਆਪਣੇ ਦਫ਼ਤਰ ਵਿਖੇ ਕੰਬਲ, ਕੱਪੜੇ, ਬੂਟ, ਟੈਂਟ ਤੇ ਸਲੀਪਿੰਗ ਬੈਗ ਤੇ ਸੈਨੇਟਰੀ ਉਤਪਾਦਾਂ ਵਰਗੀਆਂ ਚੀਜ਼ਾਂ ਦਾਨ ਨੂੰ ਸਵੀਕਾਰ ਕਰ ਰਹੀਆਂ ਨੇ ਤਾਂ ਜੋ ਬਚੇ ਹੋਏ ਲੋਕਾਂ ਨੂੰ ਸਪਲਾਈ ਦੀ ਲੋੜ ਹੋਵੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਵੇਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਉਂਸ ਕੀਤਾ ਹੈ ਕਿ ਟੈਰੀਟਰੀਜ਼ ਤੇ ਬਾਕੀ ਸੂਬੇ ਜਿਹੜੇ ਨੇ ਉਹਨਾਂ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਹੈ ਉਹ ਫੰਡ ਜਾਰੀ ਕੀਤੇ ਗਏ, ਪਰ ਉਸ ਨੂੰ ਲੈ ਕੇ ਪ੍ਰੀਮੀਅਰਸ ਦੇ ਵੱਲੋਂ ਜਿਹੜੀ ਹੈ ਕੁਝ ਮੀਟਿੰਗਾਂ ਕਰਨ ਦੀ ਗੱਲ ਕਹੀ ਜਾ ਰਹੀ ਸੀਗੀ। ਸੋਮਵਾਰ ਨੂੰ ਵੀ ਇਹ ਮੀਟਿੰਗ ਪ੍ਰੀਮੀਅਰਸ ਦੀ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਅੱਗੇ ਦਾ ਫੈਸਲਾ ਲਿਆ ਜਾਏਗਾ ਕਿ ਇਹ ਜਿਹੜਾ ਫੰਡ ਹੈ ਉਸ ਨੂੰ ਸਹਿਮਤੀ ਪ੍ਰੀਮੀਅਰਸ ਦੇ ਰਹੇ ਨੇ ਜਾਂ ਫਿਰ ਉਹਨਾਂ ਦੀ ਸਰਕਾਰ ਦੇ ਮੂਹਰੇ ਕੁਝ ਹੋਰ ਵੀ ਮੰਗ ਹੈ। From him, and I've heard directly from Ministers LeBlanc and Duclos that they had a very good meeting with Premier Ford. Ministers Duclos and LeBlanc are now going to be traveling around the country and meeting with provincial and territorial leaders.
From the federal perspective, from my perspective, it was a very positive, really important meeting that we had on Tuesday. The federal government put a lot of money on the table. And what we're focused on right now is what I think Premier Ford is focused on. I'm not going to put words in his mouth, but I think you've just heard this from him, and what Canadians are focused on, which is rolling up our sleeves and getting great healthcare outcomes for Canadians. Canada is investing significantly. Provinces and territories are and will continue to be investing significantly in our healthcare system. But I think what Canadians really care about, the Prime Minister on Tuesday emphasized the $198 billion from the federal government. I'm the finance minister. The numbers matter to me. And I need to be thoughtful also about the other significant investments we need to make. We've been talking with Team Ontario today about the clean economy, about electrification. We need to be able to be there. What I think Canadians really care about, though, from the healthcare discussion is people just want better healthcare. People want to be able to call up a family doctor, have a family doctor, and see their family doctor when they need to. People want to be able to get surgery when they need it. And so I really believe that what we need to focus on, and what we are focusing on, is working collaboratively to get those good outcomes. And I'm really confident, what you've heard from the Premier is something that maybe doesn't make great headlines. I used to be a reporter, and peace breaks out in Canada, maybe not the greatest headline. ਬਰਨਬੀ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਘਟਨਾ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਕਥਿਤ ਤੌਰ ਤੇ ਵੀਰਵਾਰ ਦੁਪਹਿਰ ਨੂੰ ਕਾਰੋਬਾਰੀ ਲੋਕਡਾਊਨ ਤੇ ਟ੍ਰੈਫਿਕ ਬੰਦ ਕਰਨ ਦੇ ਲਈ ਕਿਹਾ ਸੀ। ਬਰਨਬੀ RCMP ਨੂੰ ਇਹਨਾਂ ਸ਼ਖਸਾਂ ਦੇ ਬਾਰੇ ਜਾਣਕਾਰੀ ਮਿਲੀ ਸੀ ਤੇ ਹਥਿਆਰ ਜਿਹੜੇ ਨੇ ਉਹ ਰੱਖਣ ਦੀ ਜਾਣਕਾਰੀ ਮਿਲੀ ਸੀ। RCMP ਦਾ ਕਹਿਣਾ ਹੈ ਕਿ ਮਾਊਂਟੇਜ਼ ਹਥਿਆਰਾਂ ਦੀ ਸ਼ਿਕਾਇਤ ਲਈ 11:30 ਵਜੇ ਦੇ ਕਰੀਬ ਇੱਕ ਐਵੇਨਿਊ ਤੇ ਗਿਲਮੋਰ ਐਵੇਨਿਊ ਦੇ ਨਜ਼ਦੀਕ ਇੱਕ ਖੇਤਰ ਦੇ ਵਿੱਚ ਬੁਲਾਇਆ ਗਿਆ। ਮਾਊਂਟੇਜ਼ ਦਾ ਕਹਿਣਾ ਹੈ ਕਿ ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਕੋਈ ਵੀ ਜ਼ਖਮੀ ਨਹੀਂ ਸੀ ਤੇ ਅਧਿਕਾਰੀਆਂ ਨੂੰ ਗ੍ਰੇਵਲੀ ਸਟਰੀਟ ਦੇ ਨੇੜੇ ਘਰ ਤੇ ਸ਼ੱਕੀ ਵਿਅਕਤੀਆਂ ਦਾ ਸਮੂਹ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ 3 ਵਿਅਕਤੀਆਂ ਨੂੰ ਸ਼ੁਰੂ ਦੇ ਵਿੱਚ ਘਰ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ 2 ਹੋਰ ਸ਼ੱਕੀ ਅੰਦਰ ਹੀ ਰਹੇ। ਮਾਊਂਟੇਜ਼ ਨੇ ਦੱਸਿਆ ਹੈ ਕਿ ਇੱਕ ਔਰਤ ਘਰ ਦੇ ਵਿੱਚੋਂ ਬਾਹਰ ਆਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ 2 ਸ਼ੱਕੀਆਂ ਨੂੰ ਵੀ ਬਾਹਰ ਆਉਣ ਲਈ ਕਿਹਾ ਗਿਆ, ਪਰ IERT ਦੀ ਇਮਾਰਤ ਦੇ ਵਿੱਚ ਜਾਣ ਤੋਂ ਬਾਅਦ ਹੀ 5ਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਪਬਲਿਕ ਤੇ ਪੁਲਿਸ ਨੂੰ ਇਸ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਅਤੇ ਟ੍ਰੈਫਿਕ ਖੋਲ ਦਿੱਤੀ ਗਈ ਹੈ, ਪਰ ਪੁਲਿਸ ਅਜੇ ਵੀ ਇਸ ਇਲਾਕੇ ਦੇ ਵਿੱਚ ਮੌਜੂਦ ਰਹੇਗੀ। ਚਸ਼ਮਦੀਦਾਂ ਨੇ ਹਾਲਾਂਕਿ ਇਹ ਕਿਹਾ ਹੈ ਕਿ ਪੁਲਿਸ ਨੇ ਇੱਕ ਬਿਲਡਿੰਗ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਸੀ ਤੇ ਪੁਲਿਸ ਵਾਲਿਆਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਸਨ। ਉਹਨਾਂ ਦੱਸਿਆ ਕਿ ਪੁਲਿਸ ਅਫਸਰ ਕੁੱਤੇ ਤੇ ਇਲੈਕਟ੍ਰੋਨਿਕ ਡਰੋਨਸ ਦੇ ਨਾਲ ਇਲਾਕੇ ਦੇ ਵਿੱਚ ਸ਼ਾਮਿਲ ਸੀ ਤੇ ਪੂਰੀ ਜਾਂਚ ਪੜਤਾਲ ਕਰ ਰਹੇ ਸੀ। ਪੋਰਟ ਦੀਆਂ ਗਲਤ ਨੀਤੀਆਂ ਦੇ ਕਾਰਨ ਇੱਕ ਟਰੱਕਿੰਗ ਕੰਪਨੀ ਤਬਾਹ ਹੋ ਗਈ। ਕਿਹੜੀ ਟਰੱਕਿੰਗ ਕੰਪਨੀ ਸੀ, ਕੀ ਉਹਨਾਂ ਦੀ ਕੰਪਨੀ ਨੂੰ ਢਾਹ ਲੱਗੀ ਹੈ, ਆਓ ਦੇਖਦੇ ਹਾਂ ਇਸ ਸੰਬੰਧੀ ਇਹ ਪੂਰੀ ਰਿਪੋਰਟ। ਵੈਨਕੂਵਰ ਪੋਰਟ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਵੱਡਾ ਪੋਰਟ ਹੈ, ਪਰ ਇਹ ਆਪਣੀਆਂ ਨੀਤੀਆਂ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਹਿੰਦਾ ਗਾ। ਸੋ ਰਣਵੀਰ ਸਿੰਘ ਢਿੱਲੋਂ ਸਾਹਿਬ ਸਾਡੇ ਨਾਲ ਨੇ, ਤਾਂ ਇਹ ਵੀ ਪੀੜਤ ਨੇ, ਟਰਾਂਸਪੋਰਟਰ ਹੈਗੇ ਨੇ, ਚੰਗੇ ਟਰੱਕ ਸੀਗੇ, ਪੋਰਟ ਤੇ ਕੰਮਕਾਰ ਚੱਲਦਾ ਸੀ, ਪਰ ਬਾਅਦ ਦੇ ਵਿੱਚ ਕੀ ਕੁਝ ਹੋਇਆ ਉਹ ਕਹਾਣੀ ਇਹਨਾਂ ਦੀ ਜ਼ੁਬਾਨੀ ਸੁਣਦੇ ਆ। ਦੇਖੋ ਜੀ, ਤੁਸੀਂ ਕੰਪਨੀ ਸ਼ੁਰੂ ਕੀਤੀ, ਕਦੋਂ ਸ਼ੁਰੂ ਕੀਤੀ ਤੇ ਕਿਸ ਢੰਗ ਦੇ ਨਾਲ ਉਹ ਕੰਪਨੀ ਜਿਹੜੀ ਉਹ ਬੰਦ ਹੋਈ, ਕੀ ਕਾਰਨ ਰਹੇ ਉਹਦੇ? ਜੀ ਧੰਨਵਾਦ ਸਮਾਂ ਦੇਣ ਲਈ ਜੀ। ਮੈਂ 2008 ਦੇ ਵਿੱਚ ਟਰੱਕਿੰਗ ਕੰਪਨੀ ਸ਼ੁਰੂ ਕੀਤੀ ਸੀ ਤੇ ਬਹੁਤ ਵਧੀਆ ਕੰਮ ਚੱਲਦਾ ਸੀ। 2012-13 ਤੱਕ 14-15 ਟਰੱਕਾਂ ਤੱਕ ਚਲੇ ਗਏ ਸੀ। ਬਹੁਤ ਵਧੀਆ ਕੰਮ ਸੀ, ਸਾਰਾ ਕੁਝ ਸੀਗਾ, ਪਰ ਪੋਰਟ ਦੀਆਂ ਮਾਰੂ ਨੀਤੀਆਂ ਦੇ ਕਰਕੇ 2014 ਦੇ ਵਿੱਚ ਕੰਪਨੀ ਬੰਦ ਹੋ ਗਈ। ਜਾਂ ਕਦੋਂ ਕਰਵਾ ਦਿੱਤੀ ਇਹਨਾਂ ਨੇ। ਉਹ ਤੋਂ ਬਾਅਦ ਹੁਣ ਤੱਕ ਓਨਰ ਆਪਰੇਟਰ ਦਾ ਕਰਦਾ ਕੰਮ, ਓਨਰ ਆਪਰੇਟਰ ਹੈਗਾ, ਪਰ ਹੁਣ ਵੀ 2 ਸਾਲ ਦੀ ਐਕਸਟੈਂਸ਼ਨ ਉਹ ਵੀ ਤਲਵਾਰ ਲਟਕ ਰਹੀ ਹੈ ਗੱਲ 'ਤੇ ਵੀ ਅੱਜ ਬਾਹਰ ਹੋ ਗਏ ਜਾਂ ਕੱਲ੍ਹ ਨੂੰ ਬਾਹਰ ਹੋ ਗਏ। ਅਤੇ ਮੈਂ ਆਲਮੋਸਟ ਰਿਟਾਇਰਮੈਂਟ ਦੇ ਨੇੜੇ ਹਾਂ ਅਤੇ 2-3 ਸਾਲ ਜੇ ਮੈਂ ਹੋਰ ਕੰਮ ਕਰਨਾ ਤਾਂ ਮੈਂ $2 ਲੱਖ ਟਰੱਕ 'ਤੇ ਲਾ ਕੇ ਆਈ ਡੋਂਟ ਥਿੰਕ ਇਟਸ ਵਰਥ ਇਟ। ਸੋ ਇਹ ਜਿਹੜੀ ਪੋਰਟ ਦੀ ਮਾਰੂ ਨੀਤੀ ਕਰਕੇ ਹੀ ਇਹ ਦੁਬਾਰਾ ਫਿਰ ਇਹ ਪ੍ਰੋਬਲਮ ਦੇ ਵਿੱਚ ਆ। ਹੁਣ ਫਿਰ ਪੋਰਟ ਨੇ ਕੀ ਉਦੋਂ ਕਿਹਾ 2014 ਦੇ ਵਿੱਚ, ਕੀ ਢੰਗ ਤਰੀਕਾ ਅਪਣਾਇਆ ਗਿਆ ਕਿ ਤੁਹਾਡੀ ਕੰਪਨੀ ਜਿਹੜੀ ਉਹ ਬਾਹਰ ਹੋ ਗਈ ਉੱਥੋਂ?
2014 ਦੇ ਵਿੱਚ ਇਹਨਾਂ ਨੇ ਕੰਪਨੀਆਂ ਦਾ ਕੋਈ ਪੁਆਇੰਟ ਸਿਸਟਮ ਦਾ ਕੋਈ ਲਾਗੂ ਕੀਤਾ ਸੀਗਾ ਇਹਨਾਂ ਨੇ ਸਿਸਟਮ। ਉਸ ਸਿਸਟਮ ਦੇ ਅਧੀਨ ਜੋ ਵੀ ਇਹਨਾਂ ਲਾਗੂ ਕੀਤਾ ਸੀ ਉਹ ਕੋਰਟ ਦੇ ਵਿੱਚ ਕੋਰਟ ਨੂੰ ਕਰਾਰੀ ਹਾਰ ਵੀ ਹੋਈ। ਪਰ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਅਸੀਂ ਪੈਰਾਂ ਤੋਂ ਹਿੱਲ ਗਏ, ਮੁੜ ਕੇ ਪੈਰਾਂ 'ਤੇ ਨਹੀਂ ਆਏ। ਸੋ ਹੁਣ ਦੁਬਾਰਾ ਫਿਰ ਉਹੀ ਸਿਚੁਏਸ਼ਨ ਦੇ ਵਿੱਚ ਆ ਗਏ ਆ ਵੀ ਹੁਣ ਵੀ ਅਜੇ ਪਤਾ ਨਹੀਂ ਵੀ ਕਿੱਧਰਲੇ ਪਾਸੇ ਨੂੰ ਜਾ ਕੇ ਗੱਲ ਇਹ ਹੋਣੀ ਜਾਣੀ ਆ। ਤੁਸੀਂ ਪੰਜਾਬ ਤੋਂ ਆਏ, ਇੱਥੇ ਮਿਹਨਤ ਕੀਤੀ, ਆਰਥਿਕ ਤੌਰ ਤੇ ਗਰੋ ਕੀਤਾ, ਤਾਂ ਕਿੰਨਾ ਕੁ ਵੱਡਾ ਝਟਕਾ ਇਹ ਸੀ? ਉੱਥੇ ਕੀ ਕੁਝ ਛੱਡ ਕੇ ਆਏ ਸੀ, ਇੱਥੇ ਕਿਸ ਤਰ੍ਹਾਂ ਦੇ ਸੁਪਨੇ ਜਿਹੜੇ ਸਜਾਏ ਸੀ ਆ ਕੇ? ਉੱਥੋਂ ਤਾਂ ਹਰੇਕ ਕੋਈ ਜਿਹੜਾ ਆਉਂਦਾ ਜੀ ਵਧੀਆ ਸੁਪਨੇ ਲੈ ਕੇ ਆਉਂਦਾ ਅਤੇ ਸੁਪਨੇ ਕੈਨੇਡਾ ਪੂਰਾ ਵੀ ਕਰਦਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਪਰ ਕੁਛ ਆਰਗੇਨਾਈਜੇਸ਼ਨ ਕਹਿ ਲਓ, ਜਿੱਦਾਂ ਪੋਰਟ ਅਥਾਰਟੀ ਵੈਨਕੂਵਰ ਆ ਜਾਂ ਹੋਰ ਲਾ ਲਓ, ਇਹ ਜਿਹੜੇ ਆ ਇਹ ਕਮਿਊਨਿਟੀ ਇੱਕ ਨਾਲ ਧੱਕਾ ਹੋ ਰਿਹਾ ਇਸ ਵੇਲੇ ਤਾਂ ਕਲੀਅਰਲੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਬੇਸਿਕਲੀ ਆਪਣੀ ਪੰਜਾਬੀ ਕਮਿਊਨਿਟੀ, ਆਪਣੀ ਕਮਿਊਨਿਟੀ ਜਿਹੜੀ ਹੈ ਟਰੱਕਿੰਗ ਦੇ ਵਿੱਚ ਜ਼ਿਆਦਾ ਆ, ਸੋ ਉਹਦੇ ਨਾਲ ਹੀ ਹੋ ਰਿਹਾ। ਬਾਕੀ ਆਲਮੋਸਟ 1 ਲੱਖ ਤੋਂ ਉੱਪਰ ਟਰੱਕ BC ਦੇ ਵਿੱਚ ਹੈਗਾ। ਔਰ ਪੋਰਟ ਅਥਾਰਟੀ ਦੀ ਪ੍ਰਾਪਰਟੀ ਦੇ ਵਿੱਚ ਸਿਰਫ ਉਹੀ ਟਰੱਕ 1800 ਓਨਰ ਹੈਗੇ ਆ ਮੇਰੇ ਖਿਆਲ ਇਸ ਲਈ, ਉਹੀ ਉਹਨਾਂ ਟਰੱਕਾਂ ਦੇ ਉੱਤੇ ਇਹ ਮਾਰ ਪੈ ਰਹੀ ਹੈ। ਬਾਕੀ ਟਰੱਕਾਂ ਨੂੰ ਕੋਈ ਕਹਿਰ ਨਹੀਂ। ਸਿਟੀ ਦੇ ਵਿੱਚ ਆਲਮੋਸਟ 80 85 90 ਦੇ ਟਰੱਕ ਵੀ ਅਜੇ ਤੱਕ ਚੱਲਦੇ ਆ। ਸੋ ਇਹ ਇਟਸ ਨਾਟ ਫੇਅਰ। ਤੇ ਫੇਅਰ ਨਹੀਂ ਲੱਗਦਾ ਹੈਗਾ ਵੀ ਸਿਰਫ 1800 ਟਰੱਕਾਂ 'ਤੇ ਮਾਰ ਪਾਓ ਅਤੇ ਬਾਕੀ ਦੇ ਟਰੱਕ ਜਿਹੜੇ ਉੱਦਾਂ ਹੀ ਚੱਲਦੇ ਰਹਿਣ। ਜ਼ਿਆਦਾ ਇਹ ਪੂਰੇ BC ਦੇ ਵਿੱਚ ਲਾਗੂ ਹੋਵੇ ਦੈਨ ਅਸੀਂ ਵੀ ਵੀ ਕੈਨ ਟੇਕ ਸਟੈਪ ਅਬਾਊਟ ਦੈਟ, ਅਸੀਂ ਵੀ ਉਹ ਕੰਮ ਕਰ ਸਕਦੇ ਹਾਂ। ਪਰ ਜਿਹੜੀ ਗੱਲਬਾਤ ਹੈ ਕਿ ਪੋਰਟ ਵਾਲੇ ਤੁਸੀਂ ਕਹਿ ਰਹੇ ਹੋ ਕਿ ਕਰਦੇ ਨੇ, ਕਮਿਊਨਿਟੀ ਨੂੰ ਟਾਰਗੇਟ ਕਰ ਕਿਉਂ ਰਹੇ ਆ? ਉਹਦੇ ਕਾਰਨ ਕੀ ਨੇ? ਉਹੀ ਤਾਂ ਕਾਰਨ ਅਸੀਂ ਲੱਭਣ ਦੀ ਟਰਾਈ ਕਰਦੇ ਹਾਂ। ਬਹੁਤ ਵਾਰੀ ਸਾਡੀ ਆਰਗੇਨਾਈਜੇਸ਼ਨ ਆ UTA, ਬੈਠ ਕੇ ਉਹਨਾਂ ਨਾਲ ਗੱਲ ਕਰਦੇ ਆ, ਟੇਬਲ 'ਤੇ ਬੈਠ ਕੇ ਟੇਬਲ ਟਾਕ ਕਰੋ, ਦੱਸੋ ਕਿਉਂ ਪ੍ਰੋਬਲਮ ਆ। ਪਰ ਇਹਦੇ ਬਾਰੇ ਕੋਈ ਅਜੇ ਮਤਲਬ ਮੇਨ ਕਾਰਨ ਨਹੀਂ ਲੱਭਾ ਵੀ ਕਿਉਂ ਟਾਰਗੇਟ ਕਰ ਰਿਹਾ ਉਹ। ਪਰ ਹੈਗੇ ਇਹੀ 1700-1800 ਟਰੱਕ ਪੋਰਟ ਵਾਲਿਆਂ ਨੂੰ ਟਾਰਗੇਟ ਕਰ ਰਹੇ ਆ। ਔਰ ਪੋਰਟ 'ਤੇ ਟਰੱਕ ਅੱਜ 2 ਲੱਖ ਦਾ ਲੈ ਕੇ ਕੰਮ ਹੈ ਨਹੀਂ ਗਾ। ਅੱਜ ਤੁਸੀਂ ਜਾ ਕੇ ਟਰੱਕ ਜਾੜਾਂ ਦੇ ਵਿੱਚ ਦੇਖ ਲਓ, ਟਰੱਕ ਬਹੁਤ ਜ਼ਿਆਦਾ ਟਰੱਕ ਜਿਹੜੇ 19 20 ਦੇ 21 ਦੇ ਟਰੱਕ ਵੀ ਈਵਨ ਜਾੜਾਂ ਦੇ ਵਿੱਚ ਖੜੇ ਆ, ਕਿਉਂਕਿ ਕੰਮ ਹੈ ਨਹੀਂ ਗਾ। ਸੋ ਉਹ ਪੈਸੇ, ਉਹ ਟਰੱਕਾਂ ਦੇ ਉਹਨਾਂ ਕਰਜ਼ਾ ਚੱਕ ਕੇ ਪੈਸੇ ਪੇਮੈਂਟ ਕਿੱਦਾਂ ਦੇਣੀ ਆ ਉਹਨਾਂ ਦੀ? ਸੋ ਜੋਬ ਸਿਕਿਉਰਿਟੀ ਕੋਈ ਨਹੀਂ ਹੈਗੀ ਉਹਦੇ 'ਚ। ਸੋ ਇਸ ਕਰਕੇ ਉਹਦੇ ਅਗੇਂਸਟ ਹੀ ਮਤਲਬ ਮੀਟਿੰਗ ਦੇ ਵਿੱਚ ਆਉਣ ਦਾ ਸੱਦਾ ਦਿੰਦੇ ਆ ਸਾਰਿਆਂ ਨੂੰ, ਅਤੇ ਮੀਟਿੰਗ ਦੇ ਵਿੱਚ ਆਓ ਅਤੇ ਸਾਡਾ ਸਾਥ ਦਿਓ, ਕਮਿਊਨਿਟੀ ਸਾਰੀ ਆਵੇ ਸਾਡਾ ਸਾਥ ਦੇਵੇ। ਤੁਹਾਡੇ ਕੋਲੇ 19-20 ਟਰੱਕ ਸੀ ਤਾਂ ਹੋਰ ਓਨਰ ਆਪਰੇਟਰ ਵੀ ਪ੍ਰਭਾਵਿਤ ਹੋਏ ਨੇ ਤੁਹਾਡੇ ਨਾਲ? ਹੋਰ ਕੰਪਨੀਆਂ ਤੇ ਵੀ ਅਸਰ ਪਿਆ ਉਸ ਸਮੇਂ? ਹਾਂਜੀ, ਉਸ ਸਮੇਂ ਤਕਰੀਬਨ 35 ਤੋਂ 40 ਕੰਪਨੀਆਂ ਸੀ ਜਿਹੜੀਆਂ ਬੰਦ ਹੋ ਗਈਆਂ, ਛੋਟੀਆਂ ਸਮਾਲ ਕੰਪਨੀਆਂ ਸੀਗੀਆਂ। ਉਹ ਸਾਰੇ ਹੀ ਮਤਲਬ ਬਹੁਤ ਜ਼ਿਆਦਾ ਹੋਰ ਵੀ ਇਫੈਕਟ ਹੋਇਆ ਸੀ ਉਦੋਂ, ਅਤੇ ਕਾਫੀ ਉਦੋਂ ਸਿਸਟਮ ਦੇ ਵਿੱਚੋਂ ਕਾਫੀ ਲੋਕੀ ਬਾਹਰ ਵੀ ਹੋ ਗਿਆ ਸੀ। ਹੁਣ ਕੀ ਉਮੀਦ ਲੱਗਦੀ ਹੈ ਕਿ ਹੁਣ ਪੋਰਟ ਅਥਾਰਟੀ ਕੀ ਫੈਸਲਾ ਕਰੂਗੀ? ਪੋਰਟ ਅਥਾਰਟੀ ਤਾਂ ਜੀ ਆਪਾਂ ਤਾਂ ਮੀਟਿੰਗ ਦੇ ਵਿੱਚ ਜਾ ਕੇ ਦੇਖਦੇ ਹਾਂ, ਔਰ ਪੋਲੀਟੀਕਲ ਆਪਣੇ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਆ ਉਹਨਾਂ ਦੇ ਮੂਹਰੇ ਉਹਨਾਂ ਨੂੰ ਆਪਾਂ ਦੱਸ ਰਹੇ ਹਾਂ ਸਾਰੀ ਪ੍ਰੋਬਲਮਸ। ਸੋ ਅੱਗੇ ਦੇਖਦੇ ਹਾਂ ਕੀ ਰਿਜ਼ਲਟ ਨਿਕਲਦਾ ਉਹਦੇ ਤੋਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸੋ ਵਾਕਈ ਜਿਹੜੇ ਪੋਰਟ ਦੇ ਉੱਪਰ ਓਨਰ ਆਪਰੇਟਰ ਨੇ, ਟਰੱਕ ਕੰਪਨੀਆਂ ਨੇ ਪੰਜਾਬੀ ਭਾਈਚਾਰੇ ਦੀਆਂ, ਉਹ ਚਿੰਤਤ ਦਿਖਾਈ ਦੇ ਰਹੀਆਂ। ਉਹਨਾਂ ਦੇ ਇਸੇ ਕੌੜੇ ਤਜਰਬੇ ਵੀ ਹੈਗੇ ਨੇ ਕਿ ਓਨਰ ਆਪਰੇਟਰ ਸੀ, ਵਧੀਆ ਕੰਪਨੀ ਚੱਲ ਰਹੀ ਸੀ, ਪਰ ਬਾਅਦ ਦੇ ਵਿੱਚ ਉਹ ਕੰਪਨੀ ਬੰਦ ਹੋਣ ਦੇ ਕੰਢੇ 'ਤੇ ਆ ਜਾਂਦੀ ਹੈ। ਤਾਂ ਉਹਦੇ ਲਈ ਪੋਰਟ ਅਥਾਰਟੀਜ਼ ਦੇ ਫੈਸਲਿਆਂ ਨੂੰ ਦੱਸਿਆ ਜਾ ਰਿਹਾ ਕਿ ਉਹ ਫੈਸਲੇ ਟਾਰਗੇਟ ਵੇ ਦੇ ਵਿੱਚ ਲੈ ਰਹੇ ਨੇ ਕਿ ਛੋਟੇ ਜਿਹੜੇ ਓਨਰ ਆਪਰੇਟਰ ਨੇ ਉਹਨਾਂ ਨੂੰ ਬਾਹਰ ਕੀਤਾ ਜਾ ਸਕੇ। ਹੁਣ ਦੇਖਦੇ ਹਾਂ ਕਿ ਇਸ ਬਾਰੇ ਅੱਗੇ ਕੀ ਫੈਸਲੇ ਹੁੰਦੇ ਨੇ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਖਬਰਾਂ ਨੇ ਦੋਸਤੋ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ। ਇੱਕ ਖਬਰ ਤਾਂ ਇਹ ਆ ਰਹੀ ਹੈ ਕਿ ਹਡਸਨ ਬੇ ਜਿਹੜੀ ਬੜੀ ਪੁਰਾਣੀ ਕੰਪਨੀ ਹੈ ਜੀ, ਉਹ ਨਾ ਅਲਬਰਟਾ ਦੇ ਵਿੱਚ 2 ਸਟੋਰ ਜਿਹੜੇ ਆ ਆਪਣੇ ਡਿਪਾਰਟਮੈਂਟ ਸਟੋਰ ਬੰਦ ਕਰਨ ਜਾ ਰਹੀ ਆ। ਜੀ ਹਾਂ, ਆਉਂਦੇ ਅਗਸਤ ਦੇ ਵਿੱਚ ਉਹਨਾਂ ਨੇ ਇਹ 2 ਸਟੋਰ ਬੰਦ ਕਰ ਦੇਣੇ ਨੇ, ਕਿਉਂਕਿ ਜਿਹੜੀ ਮਾਰਕੀਟ ਆ ਉਹ ਬਹੁਤ ਬਦਲ ਰਹੀ ਆ। ਇਸ ਕਰਕੇ ਉਹਨਾਂ ਕਿਹਾ ਵੀ ਅਸੀਂ 2 ਸਟੋਰ ਇਹ ਬੰਦ ਕਰਨੇ, ਇੱਕ ਤੇ ਬੈਂਫ ਵਿੱਚ ਆ ਅਤੇ ਦੂਸਰਾ ਸਟੋਰ ਲੰਡਨ ਡੇਅਰੀ ਮਾਲ ਐਡਮਿੰਟਨ ਦੇ ਨਾਰਥ ਈਸਟ ਦੇ ਵਿੱਚ ਹੈਗਾ, ਉਹ ਬੰਦ ਕਰ ਦੇਣਾ ਜੀ। ਡਿਪਾਰਟਮੈਂਟ ਕਹਿੰਦਾ ਵੀ ਜਿਹੜੇ ਬੰਦੇ ਉੱਥੋਂ ਕੰਮ ਕਰਦੇ ਲੇ ਆਫ ਹੋਣਗੇ, ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਏਗੀ ਕਿਸੇ ਹੋਰ ਥਾਂ 'ਤੇ ਭੇਜਣ ਦੀ, ਜੇ ਪੋਸੀਬਲ ਹੋਇਆ ਤਾਂ। ਅਤੇ ਉਹਨਾਂ ਪਿਛਲੀ ਵਾਰੀ ਅਨਾਊਂਸ ਕੀਤਾ ਸੀਗਾ ਵੀ ਟੋਟਲ ਉਹਨਾਂ ਦੀ 1% ਜਿਹੜੀ ਆ ਜੀ
ਲੇ ਆਫ ਹੋਣਗੇ ਵਿਅਕਤੀ, ਜਿਹਦੇ 'ਚ ਤਕਰੀਬਨ 200 ਦੇ ਕਰੀਬ ਉਹਨਾਂ ਦੇ ਬੰਦੇ ਬਣ ਜਾਂਦੇ ਨੇ ਜਿਹੜੇ ਲੇ ਆਫ ਹੋਣੇ ਆ 2% ਦੇ ਹਿਸਾਬ ਨਾਲ, ਤੇ ਕਿੰਨਿਆਂ ਕੁ ਨੂੰ ਉਹ ਰੀਐਡਜਸਟ ਕਰ ਸਕਦੇ ਆ ਸਮਾਂ ਦੱਸੇਗਾ। ਔਰ ਦੂਸਰੀ ਖਬਰ ਇਹ ਆ ਰਹੀ ਆ ਅਲਬਰਟਾ ਦੀ ਹੀ, ਉਹ ਕਿ ਅਲਬਰਟਾ ਸਰਕਾਰ ਜਿਹੜੀ ਆ ਉਹ ਜ਼ਿਆਦਾ ਡਿਪੈਂਡੈਂਟ ਹੁੰਦੀ ਜਾ ਰਹੀ ਆ ਜਿਹੜੇ ਠੇਕੇ ਤੇ ਨਰਸਿਸ ਨੂੰ ਰੱਖਿਆ, ਯਾਨੀ ਕਿ ਕੰਟਰੈਕਟ ਦੇ ਆਧਾਰ ਤੇ ਰੱਖੀਆਂ ਜਾਂਦੀਆਂ ਨੇ, ਰਾਦਰ ਦੈਨ ਵੀ ਉਹਨਾਂ ਨੂੰ ਰੈਗੂਲਰਲੀ ਹਾਇਰ ਨਹੀਂ ਕੀਤਾ ਜਾ ਰਿਹਾ। ਉਹਦਾ ਕਾਰਨ ਇਹ ਬਣਿਆ ਜੀ, ਬਹੁਤ ਸਾਰੀਆਂ ਜਿਹੜੀਆਂ ਇੱਥੇ ਏਜੰਸੀਜ਼ ਆ ਉਹਨਾਂ ਦੇ ਉੱਤੇ ਸਰਕਾਰ ਪੈਸਾ ਬਹੁਤ ਜ਼ਿਆਦਾ ਖਰਚ ਰਹੀ ਆ। ਪਿਛਲਿਆਂ ਸਾਲਾਂ ਵਿੱਚ ਉਹਦੇ 'ਚ 13 ਗੁਣਾ ਵਾਧਾ ਹੋ ਚੁੱਕਾ ਜੀ। ਔਰ ਇਹ ਜਿਹੜੇ ਮਾਹਰ ਨੇ ਲੋਕੀ, ਉਹ ਇਹ ਕਹਿ ਰਹੇ ਵੀ ਜੇ ਇੱਦਾਂ ਹੀ ਕੰਮ ਚੱਲਦਾ ਰਿਹਾ ਤੇ ਜਿਹੜਾ ਹੈਲਥ ਕੇਅਰ ਸਿਸਟਮ ਅੱਗੇ ਹੀ ਮਤਲਬ ਭੈੜਾ ਹੁੰਦਾ ਜਾ ਰਿਹਾ, ਉਹ ਕਹਿੰਦੇ ਹੋਰ ਭੈੜਾ ਹੋਵੇਗਾ। ਉੱਧਰੋਂ ਸਾਡੇ ਮਿਨਿਸਟਰ ਦੇ ਜਿਹੜੇ ਹੈ ਨੇ ਪ੍ਰੈਸ ਸੈਕਟਰੀ ਸਟੀਵ ਬਿਊਕ, ਹੈਲਥ ਮਿਨਿਸਟਰ ਜੇਸਨ ਕੋਪਿੰਗ ਹੋਰਾਂ ਦੇ, ਉਹਨਾਂ ਦਾ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਡਿਪੈਂਡੈਂਸੀ ਆ ਠੇਕੇ ਵਾਲੇ ਮਤਲਬ ਨਰਸਿਸ ਦੇ ਉੱਤੇ, ਉਹ ਘਟਾਈ ਜਾਵੇਗੀ ਔਰ ਜਿਹੜਾ ਪੈਸਾ ਏਜੰਸੀਆਂ ਰਾਹੀਂ ਖਰਚਿਆ ਜਾਂਦਾ ਉਹ ਘਟੇਗਾ, ਕਿਉਂਕਿ ਉਹ ਬਹੁਤ ਸਾਰੀਆਂ ਕੁਝ ਤਕਰੀਬਨ 2500 ਦੇ ਕਰੀਬ ਪੋਸਟ ਸੈਕੰਡਰੀ ਸੀਟਸ ਹੈਗੀਆਂ ਹੈਲਥ ਕੇਅਰ ਫੀਲਡ ਦੇ ਵਿੱਚ, ਜਿਨ੍ਹਾਂ ਨੂੰ ਸਰਕਾਰ ਸਬਸਿਡਾਈਜ਼ ਕਰ ਰਹੀ ਆ ਤਾਂ ਕਿ ਇਹ ਪੱਕੇ ਤੌਰ ਦੇ ਉੱਤੇ ਉਹ ਐਜ਼ ਏ ਨਰਸਿਸ ਇੱਥੇ ਕੰਮ ਕਰ ਸਕਣ। ਔਰ ਦੂਸਰੀ ਜਿਹੜੇ ਬਾਹਰੋਂ ਨਰਸਿਸ ਆ ਰਹੀਆਂ ਉਹਨਾਂ ਲਈ ਵੀ ਇੱਕ ਪ੍ਰੋਗਰਾਮ ਉਹ ਉਲੀਕ ਰਹੇ ਆ, ਜਿਹਦੇ ਨਾਲ ਉਹਨਾਂ ਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।